बहुत ही प्यारे बच्चों, ਅੱਜ ਆਪਾਂ 12ਵੀਂ ਜਮਾਤ ਦੀ ਜੋ ਪਾਠ ਪੁਸਤਕ ਹੈ ਨਾ ਉਸ ਦੇ ਵਿੱਚ ਜੋ ਅਖੌਤਾਂ ਦਿੱਤੀਆਂ ਨੇ ਬੱਚਿਓ ਉਹ ਆਪਾਂ ਕਰਾਂਗੇ, ਠੀਕ ਹੈ ਨਾ। ਸੋ ਸਮਾਂ ਨਾ ਗਵਾਉਂਦੇ ਹੋਏ ਆਪਾਂ ਦੇਖਦੇ ਹਾਂ ਵੀ ਸਭ ਤੋਂ ਪਹਿਲੀ ਅਖੌਤ ਕਿਹੜੀ ਹੈ। ਉੱਠੇ ਤਾਂ ਉੱਠ ਨਹੀਂ ਰੇਤੇ ਦੀ ਮੁੱਠ। ਹਿੰਮਤ ਕਰਨ ਲਈ ਇਹ ਅਖੌਤ ਵਰਤੀ ਜਾਂਦੀ ਹੈ। ਮਨਵੀਰ, ਤੂੰ ਦੁਪਹਿਰ ਤੱਕ ਸੁੱਤਾ ਹੀ ਨਾ ਰਿਹਾ ਕਰ। ਜਦੋਂ ਤੱਕ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਤੂੰ ਆਪਣੇ ਬਾਪੂ ਜੀ ਦਾ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਇਆ ਕਰ। ਵਿਹਲ ਅਤੇ ਆਲਸ ਤਾਂ ਬੰਦੇ ਨੂੰ ਨਿਕੰਮਾ ਕਰ ਦਿੰਦੇ ਹਨ, ਹੈ ਨਾ। ਸਿਆਣਿਆਂ ਨੇ ਕਿਹਾ ਹੈ ਜਾਂ ਸਿਆਣਿਆਂ ਨੇ ਠੀਕ ਕਿਹਾ ਹੈ, ਉੱਠੇ ਤਾਂ ਉੱਠ ਨਹੀਂ ਤਾਂ ਰੇਤੇ ਦੀ ਮੁੱਠ। ਮਨਵੀਰ ਦੇ ਮਾਤਾ ਜੀ ਨੇ ਉਸ ਨੂੰ ਸਮਝਾਉਂਦਿਆਂ ਹੋਇਆਂ ਕਿਹਾ। ਬੱਚਿਓ, ਆਪਾਂ ਦੇਖਦੇ ਹਾਂ ਵੀ ਜਿਹੜੀਆਂ ਆਪਾਂ ਅਖੌਤਾਂ ਕਰਨੀਆਂ ਨੇ ਨਾ ਉਹ ਆਪਾਂ ਕੌਮਿਆਂ ਦੇ ਵਿੱਚ ਬੰਦ ਕਰਕੇ ਮਤਲਬ ਕਿਸੇ ਦੀ ਕਹੀ ਗੱਲ ਨੂੰ ਹੂਬਹੂ ਦਰਸਾਉਣੀਆਂ ਨੇ, ਠੀਕ ਹੈ ਨਾ। ਸੋ ਅੱਗੇ ਆ ਗਿਆ ਬੱਚਿਓ, ਅਸ਼ਰਫੀਆਂ ਦੀ ਲੁੱਟ ਅਤੇ ਕੋਲਿਆਂ 'ਤੇ ਮੋਹਰਾਂ। ਵੀ ਜਦੋਂ ਕੋਈ ਕੀਮਤੀ ਚੀਜ਼ ਨੂੰ ਆਪਾਂ ਵਿਅਰਥ ਗਵਾਉਂਦੇ ਹਾਂ ਅਤੇ ਮਤਲਬ ਜਿਹੜੀ ਦੀ ਕੋਈ ਇੰਨੀ ਕੀਮਤ ਨਹੀਂ ਹੁੰਦੀ ਉਹਨੂੰ ਸਾਂਭ ਰੱਖਦੇ ਹਾਂ। ਸ਼ਰਨਜੀਤ ਨਕਲੀ ਗਹਿਣਿਆਂ ਨੂੰ ਡੱਬਿਆਂ ਵਿੱਚ ਸਾਂਭ ਰੱਖਦੀ ਹੈ। ਇੱਕ ਦਿਨ ਉਹ ਆਪਣੀ ਸੋਨੇ ਦੀ ਅੰਗੂਠੀ ਗੁਸਲਖਾਨੇ ਵਿੱਚ ਰੱਖ ਕੇ ਭੁੱਲ ਗਈ। ਇਹ ਵੇਖ ਕੇ ਉਸਦੀ ਮਾਤਾ ਜੀ ਨੇ ਕਿਹਾ, ਨਕਲੀ ਗਹਿਣੇ ਤਾਂ ਬੜੇ ਸਾਂਭ ਕੇ ਰੱਖਦੀ ਏ, ਸੋਨੇ ਦੀ ਅੰਗੂਠੀ ਇੱਥੇ ਹੀ ਰੱਖੀ ਪਈ ਹੈ। ਤੇਰਾ ਤਾਂ ਉਹ ਹਾਲ ਹੈ, ਆਖੇ ਅਸ਼ਰਫੀਆਂ ਦੀ ਲੁੱਟ ਅਤੇ ਕੋਲਿਆਂ 'ਤੇ ਮੋਹਰਾਂ। ਅੱਗੇ ਬੱਚੋ, ਅੱਗੇ ਸੱਪ ਅਤੇ ਪਿੱਛੇ ਛੀਂ। ਮਤਲਬ ਜਦੋਂ ਚਾਰੇ ਪਾਸੇ ਖਤਰਾ ਹੋਵੇ। ਅਜੀਤ ਸਿੰਘ ਆਪਣੀ ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਗਿਆ। ਉੱਥੇ ਪਹੁੰਚ ਕੇ ਪਤਾ ਲੱਗਾ ਕਿ ਏਜੰਟ ਨੇ ਉਸ ਨਾਲ ਧੋਖਾ ਕੀਤਾ ਹੈ, ਠੀਕ ਹੈ ਨਾ, ਅਤੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਿਆ ਗਿਆ ਹੈ। ਉਹ ਨਾ ਵਿਦੇਸ਼ ਵਿੱਚ ਰਹਿ ਕੇ ਆਜ਼ਾਦੀ ਨਾਲ ਕੋਈ ਕੰਮ ਕਰ ਸਕਦਾ ਸੀ ਅਤੇ ਨਾ ਹੀ ਦੇਸ਼ ਵਾਪਸ ਆ ਸਕਦਾ ਸੀ। ਉਸ ਦੀ ਤਾਂ ਉਹ ਗੱਲ ਹੈ, ਅੱਗੇ ਸੱਪ ਅਤੇ ਪਿੱਛੇ ਛੀਂ ਵਾਲੀ ਹਾਲਤ ਹੋਈ ਪਈ ਹੈ। ਤੁਸੀਂ ਆਪਣੇ ਅਨੁਸਾਰ ਵੀ ਲਿਖ ਸਕਦੇ ਹੋ, ਠੀਕ ਹੈ ਨਾ। ਅੱਗੇ ਆ ਗਿਆ, ਆਦਰ ਤੇਰੀ ਚਾਦਰ ਨੂੰ, ਬਹਿਣਾ ਤੇਰੇ ਗਹਿਣੇ ਨੂੰ। ਜਦੋਂ ਦਾ ਹਰਜਿੰਦਰ ਸਿੰਘ ਪ੍ਰਧਾਨ ਬਣਿਆ ਹੈ ਉਹਦੀ ਬੈਠਕ ਵਿੱਚ ਬੜੀ ਰੌਣਕ ਲੱਗੀ ਰਹਿੰਦੀ ਹੈ। ਸੁਰੇਸ਼ ਨੇ ਕਿਹਾ, ਲੋਕ ਹਰਜਿੰਦਰ ਕਰਕੇ ਥੋੜ੍ਹਾ ਜਾਂਦੇ ਹਨ, ਉਹ ਤਾਂ ਉਸ ਦੀ ਪ੍ਰਧਾਨਗੀ ਕਰਕੇ ਜਾਂਦੇ ਹਨ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਆਦਰ ਤੇਰੀ ਚਾਦਰ ਨੂੰ, ਬਹਿਣਾ ਤੇਰੇ ਗਹਿਣੇ ਨੂੰ। ਰਾਜਵਿੰਦਰ ਨੇ ਉੱਤਰ ਦਿੱਤਾ। ਜਦੋਂ ਕੋਈ ਅਹੁਦਾ ਦੇਖ ਕੇ ਪੁੱਛ ਪੜਤੀਤ ਜੀ ਹੁੰਦੀ ਹੋਵੇ ਨਾ ਅਤੇ ਅਹੁਦੇ ਨੂੰ ਆਪਾਂ ਸਲਾਮਾਂ ਕਰਦੇ ਹਾਂ ਜਦੋਂ, ਉਸ ਲਈ ਇਹ ਵਰਤਿਆ ਜਾਂਦਾ। ਅੱਗੇ ਆਪੇ ਫਾਥੜੀਏ ਤੈਨੂੰ ਕੌਣ ਛੁਡਾਏ। ਜਦੋਂ ਆਪਣੇ ਆਪ ਮੁਸੀਬਤ ਆਪਾਂ ਮੋਲ ਲੈ ਲੈਂਦੇ ਹਾਂ ਤਾਂ ਉਹਨੂੰ ਕੌਣ ਛੁਡਾਏ, ਉਦੋਂ ਵਰਤਿਆ ਜਾਂਦਾ ਇਹ, ਠੀਕ ਹੈ। ਮਨਜੋਤ ਨੇ ਆਪਣੀ ਮਰਜ਼ੀ ਨਾਲ ਮਾਪਿਆਂ ਤੋਂ ਬਾਗੀ ਹੋ ਕੇ ਅਦਾਲਤੀ ਵਿਆਹ ਕਰਵਾ ਲਿਆ। ਜਦੋਂ ਕਿ ਉਸਨੂੰ ਦੱਸਿਆ ਗਿਆ ਸੀ ਕਿ ਮੁੰਡਾ ਸ਼ਰਾਬੀ ਅਤੇ ਅੜਬ ਸੁਭਾਅ ਦਾ ਹੈ। ਉਹ ਨਿੱਤ ਦੇ ਕਲੇਸ਼ ਤੋਂ ਦੁਖੀ ਹੋ ਕੇ ਇੱਕ ਦਿਨ ਆਪਣੀ ਮਾਂ ਕੋਲ ਆ ਕੇ ਰੋਣ ਲੱਗੀ ਤਾਂ ਉਸਦੀ ਮਾਂ ਨੇ ਕਿਹਾ, ਅਤੇ ਇਸ ਵਿੱਚ ਕੀ ਕਰ ਸਕਦੇ ਹਾਂ, ਆਪੇ ਫਾਥੜੀਏ ਤੈਨੂੰ ਕੌਣ ਛੁਡਾਏ, ਠੀਕ ਹੈ ਨਾ। ਅੱਗੇ ਆ ਗਿਆ ਬੱਚੋ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਅਤੇ ਜਦੋਂ ਆਪਾਂ ਆਪਣੀਆਂ ਸਿਫਤਾਂ ਕਰਦੇ ਹੁੰਦੇ ਹਾਂ ਤਾਂ ਇਸ ਦੇ ਵਿੱਚ ਰਾਮਚੰਦ ਸਾਰਾ ਦਿਨ ਆਪਣੇ ਕਾਰੋਬਾਰ ਅਤੇ ਆਪਣੀ ਔਲਾਦ ਦੀਆਂ ਸਿਫਤਾਂ ਕਰਦਾ ਰਹਿੰਦਾ ਹੈ। ਇਸ ਬਾਰੇ ਪਿੰਡ ਦੇ ਲੋਕ ਅਕਸਰ ਕਹਿੰਦੇ ਹਨ ਕਿ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਗੁਰਬਾਣੀ ਦੀ ਤੁਕ ਹੈ ਬੱਚਿਓ। ਜਦੋਂ ਆਪਾਂ ਆਪਣਾ ਕੰਮ ਆਪਣੇ ਹੱਥੀਂ ਸਵਾਰਦੇ ਹਾਂ, ਠੀਕ ਹੈ ਨਾ, ਜਾਂ ਇੱਦਾਂ ਕਹਿ ਸਕਦੇ ਵੀ ਆਪਣਾ ਕੰਮ ਹੈ ਜਿਹੜਾ ਆਪਣੇ ਆਪ ਆਪਾਂ ਵਧੀਆ ਕਰ ਸਕਦੇ ਹਾਂ। ਜਸਮੀਤ ਦੀ ਸਹੇਲੀ ਨੇ ਉਸ ਨੂੰ ਭਰੋਸਾ ਦਿੱਤਾ ਕਿ ਭੌਤਿਕ ਵਿਗਿਆਨ ਦੇ ਪ੍ਰੈਕਟੀਕਲ ਲਈ ਉਹ ਉਸ ਨੂੰ ਮਾਡਲ ਬਣਾ ਕੇ ਦੇਵੇਗੀ। ਪਰ ਜਦੋਂ ਪ੍ਰੈਕਟੀਕਲ ਵਿੱਚ ਇੱਕ ਦਿਨ ਰਹਿ ਗਿਆ ਤਾਂ ਉਸਦੀ ਸਹੇਲੀ ਨੇ ਜਵਾਬ ਦੇ ਦਿੱਤਾ। ਜਸਮੀਤ ਘਬਰਾ ਗਈ ਤਾਂ ਉਸਦੇ ਦਾਦੀ ਜੀ ਨੇ ਕਿਹਾ, ਅਜੇ ਵੀ ਵਕਤ ਹੈ, ਤੂੰ ਮਾਡਲ ਤਿਆਰ ਕਰ ਸਕਦੀ ਹੈ। ਆਪਣਾ ਕੰਮ ਕਦੇ ਵੀ ਦੂਜਿਆਂ ਦੇ ਸਹਾਰੇ ਨਹੀਂ ਛੱਡਣਾ ਚਾਹੀਦਾ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਠੀਕ ਹੈ ਨਾ। ਅੱਗੇ ਆ ਗਿਆ ਬੱਚੋ, ਆਰੀ ਨੂੰ ਇੱਕ ਪਾਸੇ ਦੰਦੇ, ਜਹਾਨ ਨੂੰ ਦੋਹੀਂ ਪਾਸੇ, ਠੀਕ ਹੈ ਨਾ। ਜਦੋਂ ਜੱਗ ਗੱਲਾਂ ਬਣਾਉਂਦਾ ਇਹ ਸੰਸਾਰ, ਹੈ ਨਾ, ਲੋਕ ਬਹੁਤ ਗੱਲਾਂ ਕਰਦੇ ਨੇ, ਉਸ ਲਈ ਵਰਤਿਆ ਜਾਂਦਾ। ਰਣਬੀਰ, ਮਾਤਾ ਜੀ ਮੈਂ ਸੋਚਦਾ ਹਾਂ ਆਪਾਂ ਭੈਣ ਦਾ ਵਿਆਹ ਪੈਲਸ ਵਿੱਚ ਹੀ ਕਰੀਏ, ਨਹੀਂ ਤਾਂ ਲੋਕ ਐਵੇਂ ਗੱਲਾਂ ਕਰਨਗੇ। ਮਾਤਾ ਜੀ
ਨਾ ਪੁੱਤਰ, ਆਪਾਂ ਨੇ ਆਪਣੀ ਚਾਦਰ ਵੇਖਣੀ ਹੈ ਅਤੇ ਘਰ ਦੇ ਵਿਹੜੇ ਵਿੱਚ ਹੀ ਟੈਂਟ ਲਗਾ ਕੇ ਵਿਆਹ ਕਰਾਂਗੇ। ਲੋਕਾਂ ਦਾ ਕੀ ਹੈ, ਜੇ ਬਹੁਤਾ ਖਰਚਾ ਕਰਕੇ ਕਰਜ਼ਾ ਚੜ੍ਹ ਗਿਆ ਜਾਂ ਚੜ੍ਹਾ ਲਿਆ, ਲੋਕ ਤਾਂ ਫਿਰ ਵੀ ਗੱਲਾਂ ਕਰਨਗੇ। ਸਿਆਣਿਆਂ ਨੇ ਐਵੇਂ ਨਹੀਂ ਕਿਹਾ, ਆਰੀ ਨੂੰ ਇੱਕ ਪਾਸੇ ਦੰਦੇ, ਜਹਾਨ ਨੂੰ ਦੋਹੀਂ ਪਾਸੇ। ਠੀਕ ਹੈ ਨਾ। ਅੱਗੇ ਆ ਗਿਆ ਬੱਚੋ, ਇੱਕ ਚੁੱਪ ਤੇ 100 ਸੁੱਖ। ਸਿਮਰ ਦੀ ਸਹੇਲੀ ਦਿਲਪ੍ਰੀਤ ਗੁੱਸੇ ਵਿੱਚ ਉਸ ਨੂੰ ਬਹੁਤ ਬੁਰਾ ਭਲਾ ਬੋਲ ਰਹੀ ਸੀ, ਪਰ ਸਿਮਰ ਚੁੱਪ ਰਹੀ। ਉਸ ਦੇ ਜਾਣ ਤੋਂ ਬਾਅਦ ਸਿਮਰ ਦੇ ਮਾਤਾ ਜੀ ਨੇ ਕਿਹਾ, ਸਿਮਰ ਚੁੱਪ ਰਹਿ ਕੇ ਤੂੰ ਬਹੁਤ ਚੰਗਾ ਕੀਤਾ। ਆਖੇ ਇੱਕ ਚੁੱਪ ਤੇ 100 ਸੁੱਖ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸਾਡੇ ਪਿੰਡ ਦੇ ਪੜ੍ਹੇ ਲਿਖੇ ਸੂਝਵਾਨ ਸਰਪੰਚ ਨੇ ਗਲੀਆਂ ਪੱਕੀਆਂ ਕਰਵਾ ਕੇ ਗੰਦੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਕਰਕੇ ਪਿੰਡ ਦੀ ਕਾਇਆ ਕਲਪ ਕਰ ਦਿੱਤੀ। ਉਹ ਸਮੇਂ-ਸਮੇਂ 'ਤੇ ਡਾਕਟਰੀ ਸਹਾਇਤਾ ਲਈ ਕੈਂਪ ਵੀ ਲਗਾਉਂਦਾ ਰਹਿੰਦਾ ਹੈ। ਉਸ ਦੇ ਕੀਤੇ ਕੰਮਾਂ ਨੂੰ ਦੇਖ ਕੇ ਹਰ ਕੋਈ ਉਸ ਦੀ ਪ੍ਰਸ਼ੰਸਾ ਕਰਦਾ ਹੈ। ਠੀਕ ਹੀ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਹ ਵੀ ਗੁਰਬਾਣੀ ਦੀ ਤੁਕ ਹੈ ਬੱਚੋ, ਵੀ ਜਦੋਂ ਆਪਾਂ ਚੰਗੇ ਕੰਮ ਕਰਦੇ ਹਾਂ ਨਾ ਤਾਂ ਸਾਰਾ ਸੰਸਾਰ ਆਪਣੀ ਵਡਿਆਈ ਕਰਦਾ ਹੈ। ਸਵੈ ਭਰੋਸਾ ਵੱਡਾ ਤੋਸਾ। ਜਦੋਂ ਆਪਣੇ ਆਪ 'ਤੇ ਭਰੋਸਾ ਰੱਖਿਆ ਜਾਂਦਾ ਨਾ, ਵੀ ਉਹ ਸਭ ਤੋਂ ਵੱਡਾ ਆਪਣਾ ਹਿੰਮਤ ਵਧਾਉਂਦਾ ਹੈ। ਠੀਕ ਹੈ ਨਾ। ਨਵਰੀਤ ਨੇ PCS ਦੀ ਮੁੱਖ ਪ੍ਰੀਖਿਆ ਪਾਸ ਕਰ ਲਈ, ਪਰ ਇੰਟਰਵਿਊ 'ਤੇ ਜਾਣ ਸਮੇਂ ਉਹ ਥੋੜ੍ਹਾ ਘਬਰਾ ਰਹੀ ਸੀ। ਤਾਂ ਉਸਦੇ ਮਾਤਾ ਜੀ ਨੇ ਕਿਹਾ, ਤੂੰ ਬਹੁਤ ਮਿਹਨਤ ਕੀਤੀ ਹੈ, ਤੇਰੀ ਇੰਟਰਵਿਊ ਵੀ ਵਧੀਆ ਹੋਵੇਗੀ, ਪਰ ਉੱਥੇ ਤੂੰ ਆਪਣਾ ਆਤਮ ਵਿਸ਼ਵਾਸ ਕਾਇਮ ਰੱਖੀ, ਕਿਉਂਕਿ ਸਿਆਣਿਆਂ ਨੇ ਕਿਹਾ ਹੈ, ਸਵੈ ਭਰੋਸਾ ਵੱਡਾ ਤੋਸਾ। ਠੀਕ ਹੈ ਨਾ। ਸਾਰਾ ਜਾਂਦਾ ਵੇਖੀਏ, ਅੱਧਾ ਦਈਏ ਵੰਡ। ਵੀ ਜਦੋਂ ਸਾਰਾ ਕੁਝ ਆਪਾਂ ਗਵਾਰੇ ਹੁੰਦੇ ਹਾਂ ਤਾਂ ਉਹਦੇ ਨਾਲੋਂ ਚੰਗਾ ਵੀ ਆਪਾਂ ਦੂਸਰਿਆਂ ਨੂੰ ਕੁਝ ਵੰਡ ਦਈਏ। ਪ੍ਰਤਾਪ ਸਿੰਘ ਨੰਬਰਦਾਰ ਦੀ ਕੁਝ ਜ਼ਮੀਨ ਸੀਲਿੰਗ ਵਿੱਚ ਆਉਣ ਕਾਰਨ ਉਸ ਪਾਸੋਂ ਖੁੱਸ ਰਹੀ ਸੀ। ਉਸਨੇ ਇਹ ਸੋਚਦਿਆਂ ਕੁਝ ਜ਼ਮੀਨ ਸਕੂਲ ਨੂੰ ਦੇ ਦਿੱਤੀ ਕਿ ਸਾਰਾ ਜਾਂਦਾ ਵੇਖੀਏ, ਅੱਧਾ ਦਈਏ ਵੰਡ। ਅੱਗੇ ਬੱਚੋ, ਸੇਰ ਦੁੱਧ ਤੇ 20 ਸੇਰ ਪਾਣੀ, ਘੁੰਮਰ ਘੁੰਮਰ ਫਿਰੇ ਮਧਾਣੀ। ਰਾਣੀ ਆਪਣੇ ਅਮਰੀਕਾ ਗਏ ਪੁੱਤਰ ਦੀਆਂ ਤੇ ਉਸਦੀ ਚੰਗੀ ਤਨਖਾਹ ਦੀਆਂ ਸਿਫਤਾਂ ਕਰਕੇ ਚਲੀ ਗਈ ਤਾਂ ਉਸਦੀ ਗਵਾਂਢਣ ਦੂਜੀ ਗਵਾਂਢਣ ਨੂੰ ਕਹਿਣ ਲੱਗੀ, ਲੈ ਦੇਖ, ਸੇਰ ਦੁੱਧ ਤੇ 20 ਸੇਰ ਪਾਣੀ, ਘੁੰਮਰ ਘੁੰਮਰ ਫਿਰੇ ਮਧਾਣੀ। ਜਿਵੇਂ ਕਿਸੇ ਨੂੰ ਪਤਾ ਹੀ ਨਹੀਂ ਕਿ ਇਹਦਾ ਮੁੰਡਾ ਉੱਥੇ ਹੋਟਲ ਵਿੱਚ ਸਫਾਈ ਦਾ ਕੰਮ ਕਰਦਾ ਹੈ। ਵੀ ਸੇਰ ਦੁੱਧ ਬਹੁਤ ਥੋੜ੍ਹਾ ਦੁੱਧ ਅਤੇ ਪਾਣੀ ਇੰਨਾ ਜ਼ਿਆਦਾ, ਵੀ ਮਧਾਣੀ ਉਹਦੇ ਵਿੱਚ ਮਤਲਬ ਮਧਾਣੀ ਮੱਖਣ ਲਈ ਆਪਾਂ ਉਹ ਕਰ ਦਿੰਦੇ ਹੁੰਦੇ ਨਾ ਬੱਚੋ, ਮੱਖਣ ਕੱਢਣ ਲਈ, ਵੀ ਦੁੱਧ ਤਾਂ ਹੈ ਨਹੀਂ, ਵੀ ਕੀ ਮੱਖਣ ਨਿਕਲੂ, ਵੀ ਇਹਦਾ ਮੁੰਡਾ ਇਹ ਸੇਨੀਆਂ ਸਿਫਤਾਂ ਕਰਦੀ ਹੈ। ਠੀਕ ਹੈ ਨਾ। ਵੀ ਇਹਦਾ ਮੁੰਡਾ ਉੱਥੇ ਕੀ ਕੰਮ ਕਰਦਾ। ਅੱਗੇ ਆ ਕੇ ਹੱਥ ਨੂੰ ਹੱਥ ਧੋਂਦਾ ਹੈ, ਜਦੋਂ ਮਦਦ ਲਈ ਇਹ ਵਰਤਿਆ ਜਾਂਦਾ ਬੱਚੋ। ਗਿਆਨ ਜੀ ਜਾਂ ਕੋਈ ਵੀ ਨਾਂ ਲੈ ਸਕਦੇ ਆ। ਗਿਆਨੀ ਜੀ ਨੇ ਆਨੰਦ ਕਾਰਜ ਚਲਾਉਂਦੇ ਸਮੇਂ ਨਵੀਂ ਵਿਆਹੀ ਜੋੜੀ ਨੂੰ ਸਿੱਖਿਆ ਦਿੰਦਿਆਂ ਕਿਹਾ, ਬੱਚਿਓ ਤੁਸੀਂ ਧਿਆਨ ਰੱਖਣਾ, ਪਤੀ ਪਤਨੀ ਵਿੱਚੋਂ ਕੋਈ ਵੀ ਦੁਖੀ ਹੋਵੇ ਤਾਂ ਇਕੱਲੇ ਇਕੱਲੇ ਖੁਸ਼ ਨਹੀਂ ਰਹਿ ਸਕੋਗੇ। ਜੇ ਤੁਸੀਂ ਦੋਵੇਂ ਇੱਕ ਦੂਜੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋਗੇ ਤਾਂ ਹੀ ਖੁਸ਼ ਰਹੋਗੇ। ਇਹ ਜ਼ਿੰਦਗੀ ਦੀ ਅਟਲ ਸੱਚਾਈ ਹੈ ਕਿ ਹੱਥ ਨੂੰ ਹੱਥ ਧੋਂਦਾ ਹੈ। ਅੱਗੇ ਆ ਗਿਆ ਬੱਚੋ, ਸੰਗ ਤਾਰੇ ਕੁਸੰਗ ਡੋਬੇ। ਮਾੜੀ ਸੰਗਤ ਆਪਾਂ ਨੂੰ ਡੋਬ ਦਿੰਦੀ ਹੈ, ਚੰਗਾ ਸੰਗ ਹੈ ਜਿਹੜਾ ਸੰਗਤ ਆ ਉਹ ਆਪਾਂ ਨੂੰ ਤਾਰ ਦਿੰਦਾ, ਮਤਲਬ ਕਿਸੇ ਨਾ ਕਿਸੇ ਮੁਕਾਮ ਤੱਕ ਪਹੁੰਚਾ ਦਿੰਦਾ। ਠੀਕ ਹੈ ਨਾ। ਖੁਸ਼ਪ੍ਰੀਤ ਹਮੇਸ਼ਾ ਵਧੀਆ ਅੰਕ ਪ੍ਰਾਪਤ ਕਰਦਾ ਸੀ, ਪਰ 11ਵੀਂ ਸ਼੍ਰੇਣੀ ਵਿੱਚ ਉਹ ਮੁਸ਼ਕਿਲ ਨਾਲ ਪਾਸ ਹੋਇਆ। ਅੱਗੇ ਆ ਗਿਆ, ਖੁਸ਼ਪ੍ਰੀਤ ਵਧੀਆ ਬੱਚਾ ਹੈ, ਪਰ ਉਸਦੇ ਮਾਪਿਆਂ ਨੂੰ ਨਤੀਜਾ ਦੱਸਦੇ ਹੋਏ ਅਧਿਆਪਕ ਨੇ ਕਿਹਾ ਕਿ ਇਸ ਸਾਲ ਉਸਦੀ ਸੰਗਤ ਚੰਗੀ ਨਹੀਂ ਰਹੀ ਸੀ। ਉਸ ਨੂੰ ਸਮਝਾਓ ਅਤੇ ਚੰਗੇ ਬੱਚਿਆਂ ਦੀ ਸੰਗਤ ਕਰਨ ਦੀ ਪ੍ਰੇਰਨਾ ਦਿਓ, ਕਿਉਂਕਿ ਸਿਆਣਿਆਂ ਦਾ ਕਥਨ ਹੈ, ਸੰਗ ਤਾਰੇ ਕੁਸੰਗ ਡੋਬੇ। ਅੱਗੇ ਆ ਗਿਆ ਬੱਚੋ, ਹੱਥਾਂ ਬਾਜ ਕਰਾਰਿਆਂ ਵੈਰੀ ਮਿੱਤ ਨਾ ਹੋਏ। ਦੁਸ਼ਮਣ ਕਦੇ ਨਿਮਰਤਾ ਅਤੇ ਪਿਆਰ ਨਾਲ ਨਹੀਂ ਮੰਨਦਾ, ਉਸ ਨਾਲ ਤਾਂ ਤਕੜੇ ਹੋ ਕੇ ਟੱਕਰ ਲੈਣੀ ਪੈਂਦੀ ਹੈ, ਕਿਉਂਕਿ ਹੱਥਾਂ ਬਾਜ ਕਰਾਰਿਆਂ ਮਤਲਬ ਤਕੜੇ ਹੱਥਾਂ ਨਾਲ, ਵੈਰੀ ਮਿੱਤ ਨਾ ਹੋਏ। ਠੀਕ ਹੈ ਨਾ। ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ। ਠੀਕ ਹੈ ਵੀ ਜਦੋਂ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ ਪਰ ਫਲ ਆਪਾਂ ਨੂੰ ਬਹੁਤ ਮਿਲ ਜਾਂਦਾ। ਬੱਚਿਓ ਹਮੇਸ਼ਾ ਮਿੱਠਾ ਬੋਲੋ, ਇਸ ਨਾਲ ਤੁਹਾਡਾ ਕੁਝ ਘਟ ਨਹੀਂ ਜਾਂਦਾ, ਪਰ ਤੁਹਾਨੂੰ ਹਾਸਲ ਬੜਾ ਕੁਝ ਹੋ ਜਾਂਦਾ ਹੈ। ਮਿੱਠਾ ਬੋਲਣ ਦੀ ਤਾਂ ਉਹੀ ਗੱਲ ਹੈ ਕਿ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ। ਪ੍ਰਿੰਸੀਪਲ ਸਾਹਿਬ ਨੇ ਸਵੇਰ ਦੀ ਸਭਾ ਵਿੱਚ ਭਾਸ਼ਣ ਕਰਦਿਆਂ ਵਿਦਿਆਰਥੀਆਂ ਨੂੰ ਸਮਝਾਇਆ। ਅੱਗੇ ਬੱਚੋ, ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ।
ਉਮਰ ਹੱਡਾਂ ਨੂੰ ਖਾ ਰਹੀ ਜਿਉਂ ਲੱਕੜੀ ਨੂੰ ਘੁਣ। ਵੀ ਉਮਰ ਆਪਣੀ ਬੀਤਦੀ ਜਾ ਰਹੀ ਹੈ, ਵੀ ਜੋ ਵੀ ਕੰਮ ਕਰਨਾ ਹੈ ਕੱਲ੍ਹ ਦੀ ਬਜਾਏ ਅੱਜ ਕਰੋ। ਆਪਾਂ ਕਹਿੰਦੇ ਨੇ ਵੀ ਕੱਲ੍ਹ ਵੀ ਇਹੋ ਕੁਝ ਹੈ ਨਾ, ਵੀ ਅੱਜ ਕਰੋ। ਜਦੋਂ ਕਰਮਜੋਤ ਦੂਜੇ ਦਿਨ ਵੀ ਸਕੂਲ ਦਾ ਕੰਮ ਨਾ ਕਰਕੇ ਲਿਆਈ ਤਾਂ ਕਹਿਣ ਲੱਗੀ, ਜੀ ਮੈਂ ਕੱਲ੍ਹ ਕਰਕੇ ਲਿਆਵਾਂਗੀ। ਤਾਂ ਅਧਿਆਪਕ ਜੀ ਨੇ ਨਸੀਹਤ ਦਿੰਦਿਆਂ ਕਿਹਾ, ਸਮੇਂ ਸਿਰ ਕੰਮ ਕਰਨ ਦੀ ਆਦਤ ਪਾਓ। ਅੱਜ ਦਾ ਕੰਮ ਕਦੇ ਵੀ ਕੱਲ੍ਹ 'ਤੇ ਨਾ ਛੱਡੋ। ਸਿਆਣਿਆਂ ਦਾ ਕਥਨ ਹੈ, ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ। ਉਮਰ ਹੱਡਾਂ ਨੂੰ ਖਾ ਰਹੀ ਜਿਉਂ ਲੱਕੜੀ ਨੂੰ ਘੁਣ। ਅੱਗੇ ਬੱਚੋ, ਕੁੱਤਾ ਭੌਂਕੇ ਬੱਦਲ ਗੱਜੇ, ਨਾ ਉਹ ਵੱਡੇ ਨਾ ਉਹ ਵੱਸੇ। ਵੀ ਮਤਲਬ ਜਦੋਂ ਗੱਲ ਕਹੀ ਜਾਂਦੀ ਹੋਵੇ ਅਤੇ ਕੋਈ ਅਸਰ ਉਹਦਾ ਨਾ ਹੁੰਦਾ ਹੋਵੇ, ਠੀਕ ਹੈ ਨਾ। ਅਧਿਕਾਰੀ ਰੌਲਾ ਤਾਂ ਬਹੁਤ ਪਾਉਂਦੇ ਹਨ ਕਿ ਉਹ ਕਾਲੇ ਧੰਦੇ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨਗੇ, ਪਰ ਅਸਲ ਵਿੱਚ ਕੁਝ ਨਹੀਂ ਹੁੰਦਾ। ਉਹਨਾਂ ਦਾ ਤਾਂ ਉਹ ਹਾਲ ਹੈ, ਕੁੱਤਾ ਭੌਂਕੇ ਬੱਦਲ ਗੱਜੇ, ਨਾ ਉਹ ਵੱਡੇ ਨਾ ਉਹ ਵੱਸੇ। ਚੋਣਾਂ ਵੇਲੇ ਵਿਰੋਧੀ ਧਿਰ ਦੇ ਨੇਤਾ ਨੇ ਭਾਸ਼ਣ ਵਿੱਚ ਕਿਹਾ, ਕੋ ਨਾ ਚੱਲੀ ਬਾਬਾ ਤਿਹਾਈ। ਵੀ ਜਦੋਂ ਥੋੜ੍ਹਾ ਜਿਹਾ ਕੰਮ ਕਰਕੇ ਬੰਦਾ ਥੱਕ ਜਾਂਦਾ, ਠੀਕ ਹੈ ਨਾ। ਮਨਜੋਤ, ਤੂੰ ਤਾਂ ਕਹਿ ਰਹੀ ਸੀ ਕਿ ਅੱਜ ਪੰਜਾਬੀ ਵਿਸ਼ੇ ਦੇ ਸਾਰੇ ਪਾਠਕ੍ਰਮ ਦੀ ਦੁਹਰਾਈ ਕਰਨੀ ਹੈ, ਪਰ ਤੂੰ ਤਾਂ 2 ਘੰਟੇ ਪੜ੍ਹ ਕੇ ਆਰਾਮ ਕਰਨ ਲੱਗ ਪਈ। ਤੇਰਾ ਤਾਂ ਉਹ ਹਾਲ ਹੈ, ਆਖੇ ਕੋ ਨਾ ਚੱਲੀ ਬਾਬਾ ਤਿਹਾਈ, ਮਤਲਬ ਪਿਆਸ ਲੱਗਣੀ। ਥੋੜ੍ਹਾ ਜਿਹਾ ਚੱਲ ਕੇ ਬੰਦੇ ਨੂੰ ਜਦੋਂ ਪਿਆਸ ਲੱਗ ਜਾਂਦੀ ਹੈ, ਇਹ ਉਹਦਾ ਮਤਲਬ ਹੈ। ਮਨਜੋਤ ਦੇ ਮਾਤਾ ਜੀ ਨੇ ਕਿਹਾ, ਠੀਕ ਹੈ ਨਾ, ਵੀ ਤੂੰ ਬਿਲਕੁਲ ਮਿਹਨਤ ਨਹੀਂ ਕਰੀ, ਹੁਣੇ ਤੋਂ ਤੂੰ ਆਰਾਮ ਕਰਨ ਲੱਗ ਗਈ। ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ ਹੈ। ਜਦੋਂ ਆਪਾਂ ਦੂਜੇ ਨੂੰ ਦੇਖ ਕੇ ਉੱਦਾਂ ਦੇ ਹੀ ਹੋ ਜਾਂਦੇ ਹਾਂ, ਠੀਕ ਹੈ ਨਾ, ਸੰਗਤ ਵਾਲੀ ਗੱਲ ਹੈ। ਗੁਰਜੀਤ ਦੀ ਮਾਸੀ ਨਵੇਂ ਫੈਸ਼ਨ ਦੇ ਕੱਪੜੇ ਪਹਿਨੀ। ਗੁਰਜੀਤ ਖੜੀ ਗੁਰਜੀਤ ਵੱਲ ਵੇਖ ਕੇ ਬੋਲੀ, ਗੁਰਜੀਤ ਪਹਿਲਾਂ ਤਾਂ ਬਹੁਤ ਸਿੱਧੀ ਸਾਦੀ ਸੀ, ਪਰ ਯੂਨੀਵਰਸਿਟੀ ਜਾ ਕੇ ਹੋਰਨਾਂ ਕੁੜੀਆਂ ਦੀ ਰੀਸੋ-ਰੀਸੀ ਬਹੁਤ ਫੈਸ਼ਨ ਕਰਨ ਲੱਗ ਪਈ ਹੈ। ਭੈਣ ਜੀ, ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਫੜਦਾ ਹੈ, ਨੇੜੇ ਬੈਠੀ ਗੁਰਜੀਤ ਦੀ ਮਾਂ ਨੇ ਕਿਹਾ। ਅੱਗੇ ਆ ਗਿਆ ਬੱਚੋ, ਖਿੱਦੋ ਫਰੋਲਿਆਂ ਲੀਰਾਂ ਹੀ ਨਿਕਲਣੀਆਂ ਹਨ। ਦੋਹਾਂ ਭਰਾਵਾਂ ਵਿੱਚ ਜ਼ਮੀਨ ਦੇ ਝਗੜੇ ਨੂੰ ਨਿਪਟਾਉਣ ਤੋਂ ਬਾਅਦ ਸਰਪੰਚ ਨੇ ਕਿਹਾ, ਆਪਸੀ ਸਹਿਮਤੀ ਨਾਲ ਮਸਲੇ ਸੁਲਝਾਉਣੇ ਠੀਕ ਹਨ, ਇੱਕ ਦੂਜੇ ਦੀਆਂ ਗਲਤੀਆਂ ਚਿਤਾਰਨ ਦੀ ਲੋੜ ਨਹੀਂ। ਤੁਹਾਨੂੰ ਪਤਾ ਹੀ ਹੈ ਕਿ ਖਿੱਦੋ ਫਰੋਲਿਆਂ ਲੀਰਾਂ ਹੀ ਨਿਕਲਦੀਆਂ ਹਨ। ਅੱਗੇ ਬੱਚੋ, ਖਿੱਦੋ ਮਤਲਬ ਪਹਿਲਾਂ ਬੱਚੋ ਜਿਹੜੀ ਆਪਣੀ ਬੋਲ ਨਹੀਂ ਹੁੰਦੀ ਹੈਗੀ, ਪਹਿਲਾਂ ਉਹ ਬੋਲ ਜਿਹੜੀ ਸੀਗੀ ਮਤਲਬ ਲੀਰਾਂ ਦੀ ਬਣੀ ਹੁੰਦੀ ਸੀ, ਉਹਨੂੰ ਖਿੱਦੋ ਕਿਹਾ ਜਾਂਦਾ ਸੀ। ਵੀ ਜੇ ਉਹਨੂੰ ਫਰੋਲਾਂਗੇ ਆਪਾਂ ਦੇਖਾਂਗੇ ਇਹਦੇ ਵਿੱਚ ਕੁਛ ਹੈ, ਕੁਛ ਵੀ ਨਹੀਂ ਹੋਊਗਾ, ਵੀ ਲੀਰਾਂ ਹੀ ਨੇ, ਠੀਕ ਹੈ ਨਾ। ਇਸ ਕਰਕੇ ਵੀ ਜਿਹੜਾ ਕੋਈ ਝਗੜੇ ਆਪਾਂ ਬੋਲੀ ਜਾਂਦੇ ਹਾਂ, ਝਗੜਿਆਂ ਦਾ ਜਿਹੜੇ ਮਤਲਬ ਕੋਈ ਫਾਇਦਾ ਨਹੀਂ ਹੁੰਦਾ ਹੈ ਨਾ, ਵੀ ਕੋਈ ਮਸਲਾ ਸੁਲਝਦਾ ਨਹੀਂ ਆ, ਅਤੇ ਫਿਰ ਉਦੋਂ ਇਹ ਵਰਤਿਆ ਜਾਂਦਾ ਹੈ ਨਾ। ਅੱਗੇ ਬੱਚੋ, ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ। ਗਿੱਦੜ ਇੱਕ ਜਾਨਵਰ ਹੈ ਜੋ ਜੰਗਲਾਂ 'ਚ ਰਹਿੰਦੇ ਨੇ, ਠੀਕ ਹੈ। ਵੀ ਸ਼ਹਿਰ 'ਚ ਆ ਕੇ ਲੋਕਾਂ ਨੂੰ ਡਰ ਹੁੰਦਾ ਵੀ ਇਹ ਸਾਨੂੰ ਭੀੜ ਭੜੱਕੇ ਵਾਲੀ ਥਾਂ 'ਤੇ ਵੀ ਸਾਡੇ ਬੱਚਿਆਂ ਨੂੰ ਨਾ ਮਾਰ ਦੇਣ, ਇਸ ਕਰਕੇ ਲੋਕ ਉਹਨਾਂ 'ਤੇ ਹਮਲਾ ਕਰਦੇ ਨੇ। ਇਹ ਕਹਾਵਤ ਵੀ ਜਦੋਂ ਆਪਾਂ ਮੁਸੀਬਤ ਨੂੰ ਆਪ ਬੁਲਾਉਂਦੇ ਹਾਂ ਜਾਂ ਆਪ ਮੁਸੀਬਤ ਵੱਲ ਜਾਂਦੇ ਹਾਂ, ਠੀਕ ਹੈ ਨਾ। ਅੱਗੇ, ਦੁੱਲੇ ਦੀਆਂ ਸਰਕਾਰੀ ਲੁੱਟਾਂ ਖੋਹਾਂ ਨੂੰ ਸੁਣ ਕੇ ਬਾਦਸ਼ਾਹ ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਾ, ਮੇਰੇ ਬਹਾਦਰ ਸਰਦਾਰੋ, ਦੁੱਲੇ ਨੂੰ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਲਿਆਓ। ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਸ਼ਹਿਰ ਵੱਲ ਭੱਜਦਾ ਹੈ। ਦੁੱਲੇ ਦਾ ਦਿਮਾਗ ਖਰਾਬ ਹੋ ਗਿਆ ਹੈ ਲੱਗਦਾ ਹੈ, ਠੀਕ ਹੈ ਨਾ। ਅੱਗੇ ਆ ਗਿਆ ਬੱਚੋ, ਘਰ ਦਾ ਸੜਿਆ ਬਣ ਗਿਆ, ਵਣ ਨੂੰ ਲੱਗੀ ਅੱਗ। ਵੀ ਜਦੋਂ ਕੋਈ ਬੰਦਾ ਘਰ ਤੋਂ ਜਲਿਆ ਬੁਝਿਆ ਜਾਂਦਾ ਤਾਂ ਅੱਗੇ ਜਾ ਕੇ ਵੀ ਉਹਨੂੰ ਉਹੀ ਮਾਹੌਲ ਮਿਲਦਾ, ਠੀਕ ਹੈ ਨਾ। ਪਿੰਡ ਵਿੱਚ ਮਜ਼ਦੂਰੀ ਨਾਲ ਗੁਜ਼ਾਰਾ ਕਰਨ ਦੀ ਔਖਿਆਈ ਕਰਕੇ ਸੁੰਦਰ ਸਿੰਘ ਸ਼ਹਿਰ ਚਲਿਆ ਗਿਆ, ਪਰ ਸ਼ਹਿਰ ਦੇ ਖਰਚਿਆਂ ਕਾਰਨ ਉਹ ਹੋਰ ਵੀ ਦੁਖੀ ਹੋ ਗਿਆ। ਉਸ ਨਾਲ ਤਾਂ ਉਹ ਗੱਲ ਹੋਈ, ਘਰ ਦਾ ਸੜਿਆ ਬਣ ਗਿਆ, ਵਣ ਨੂੰ ਲੱਗੀ ਅੱਗ। ਅੱਗੇ ਬੱਚੋ, ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਅਤੇ ਖੇਤ ਵਾਹੁੰਦਿਆਂ ਦੇ। ਇਹ ਕਹਾਵਤ, ਇਹ ਖੌਤ ਉਦੋਂ ਵਰਤੀ ਜਾਂਦੀ ਹੈ ਜਦੋਂ ਮਤਲਬ ਰਿਸ਼ਤੇ, ਜਦੋਂ ਆਪਾਂ ਕਹਿੰਦੇ ਨੇ ਵੀ ਮਿਲਣਾ ਗਿਲਣਾ ਚਾਹੀਦਾ ਤਾਂ ਹੀ ਰਿਸ਼ਤੇ ਨੇ, ਨਹੀਂ ਤਾਂ ਕੋਈ ਰਿਸ਼ਤਾ ਹੀ ਨਹੀਂ ਹੁੰਦਾ ਹੈ ਨਾ। ਪਟਿਆਲੇ ਰਹਿੰਦੇ ਸੁਰਿੰਦਰ ਦਾ ਚਾਚਾ ਉਸ ਨੂੰ ਮਿਲਣ ਆਇਆ। ਉਸਨੇ ਕਿਹਾ, ਭਾਈ ਕਦੇ ਤੂੰ ਵੀ ਪਿੰਡ ਮਿਲਣ ਆਇਆ ਕਰ। ਸਿਆਣਿਆਂ ਨੇ ਐਵੇਂ ਨਹੀਂ ਕਿਹਾ, ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਅਤੇ ਖੇਤ ਵਾਹੁੰਦਿਆਂ ਦੇ, ਠੀਕ ਹੈ ਨਾ। ਅਤੇ ਘਰ ਤਾਂ ਹੀ ਹੁੰਦੇ ਨੇ ਜੇ ਕੋਈ ਵਸਦਾ ਰਹਿੰਦਾ ਉੱਥੇ, ਠੀਕ ਹੈ। ਅੱਗੇ ਬੱਚੋ, ਘੜੇ ਨੂੰ ਹੱਥ ਲਾਇਆ, ਸਾਰਾ ਟੱਬਰ ਤਿਹਾਇਆ। ਮਨਜਿੰਦਰਜੀਤ ਨੇ ਕਿਸੇ ਸ਼ਬਦ ਦਾ ਅਰਥ ਵੇਖਣ ਲਈ ਡਿਕਸ਼ਨਰੀ ਕੱਢੀ ਤਾਂ ਅਮਰਜੀਤ ਕਹਿਣ ਲੱਗੀ, ਜ਼ਰਾ ਮੈਨੂੰ ਵੀ ਦੇਣ ਡਿਕਸ਼ਨਰੀ, ਮੈਂ ਵੀ ਇੱਕ ਸ਼ਬਦ ਦੇ ਅਰਥ ਵੇਖਣੇ ਹਨ। ਅਮੀ ਨੇ ਵੀ ਡਿਕਸ਼ਨਰੀ ਲਈ ਆਵਾਜ਼ ਮਾਰੀ।
ਮਨਜਿੰਦਰਜੀਤ ਕਹਿਣ ਲੱਗੀ ਕਿ ਇਹ ਤਾਂ ਉਹੀ ਗੱਲ ਹੋਈ, ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ। ਕੋਈ ਬੰਦਾ ਘੜੇ ਨੂੰ ਹੱਥ ਲਾਇਆ ਮਤਲਬ ਪਾਣੀ ਪੀਣ ਗਿਆ ਤਾਂ ਸਾਰਾ ਟੱਬਰ ਕਹਿੰਦਾ ਵੀ ਮੈਨੂੰ ਵੀ ਚਾਹੀਦਾ, ਮੈਨੂੰ ਵੀ ਚਾਹੀਦਾ। ਠੀਕ ਹੈ ਨਾ। ਅੱਗੇ ਬੱਚੋ, ਚਾਹੇ ਛੁਰੀ ਖਰਬੂਜ਼ੇ ਉੱਤੇ ਡਿੱਗੇ, ਚਾਹੇ ਖਰਬੂਜ਼ਾ ਛੁਰੀ ਉੱਤੇ, ਨੁਕਸਾਨ ਖਰਬੂਜ਼ੇ ਦਾ ਹੀ ਆ। ਵੀ ਜਦੋਂ ਇੱਕ ਬੰਦੇ ਦਾ ਨੁਕਸਾਨ ਹੋਵੇ, ਚਾਹੇ ਉਹ ਜਿੱਧਰ ਮਰਜ਼ੀ ਜਾਵੇ। ਠੀਕ ਹੈ ਨਾ। ਅੱਜ ਦੇ ਵਪਾਰਕ ਯੁੱਗ ਵਿੱਚ ਗਰੀਬ ਕਿਸਾਨ ਭਾਵੇਂ ਵੇਚੇ ਅਤੇ ਭਾਵੇਂ ਖਰੀਦੇ, ਉਹਦਾ ਹੀ ਨੁਕਸਾਨ ਹੈ। ਜੇ ਉਹ ਅਨਾਜ ਵੇਚਦਾ ਹੈ ਤਾਂ ਸਸਤਾ ਵੇਚਣਾ ਪੈਂਦਾ ਹੈ, ਜੇ ਲੋੜ ਪੈਣ 'ਤੇ ਖਰੀਦਦਾ ਹੈ ਤਾਂ ਮਹਿੰਗਾ ਖਰੀਦਣਾ ਪੈਂਦਾ ਹੈ। ਉਹਦਾ ਤਾਂ ਉਹੀ ਹਾਲ ਹੈ, ਚਾਹੇ ਛੁਰੀ ਖਰਬੂਜ਼ੇ 'ਤੇ ਡਿੱਗੇ, ਚਾਹੇ ਖਰਬੂਜ਼ਾ ਛੁਰੀ 'ਤੇ, ਨੁਕਸਾਨ ਤਾਂ ਖਰਬੂਜ਼ੇ ਦਾ ਹੀ ਹੁੰਦਾ ਹੈ। ਅੱਗੇ ਬੱਚੋ, ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ। ਠੀਕ ਹੈ ਨਾ। ਮਤਲਬ ਛੱਜ ਵੀ ਛਾਨਣੀ, ਜਿਹੜੇ ਬੰਦੇ 'ਚ ਆਪ ਹੀ ਇੰਨੇ ਗੁਣ ਨੇ, ਔਗੁਣ ਨੇ, ਉਹ ਕਿਉਂ ਬੋਲੇ। ਠੀਕ ਹੈ ਨਾ। ਮਲਕੀਤ ਸਿੰਘ ਨੇ ਆਪਣੇ ਜਮਾਤੀ ਬਲਦੇਵ ਨੂੰ ਕਿਹਾ, ਬਲਦੇਵ ਤੂੰ ਹੁਣ ਪੜ੍ਹਦਾ ਨਹੀਂ, ਤਾਂ ਹੀ ਤੇਰੀ ਛਮਾਹੀ ਪੇਪਰਾਂ ਵਿੱਚ ਅੰਕ ਘੱਟ ਗਏ ਹਨ। ਬਲਦੇਵ ਕਹਿਣ ਲੱਗਾ, ਤੂੰ ਚੁੱਪ ਕਰ ਮਲਕੀਤ, ਤੇਰਾ ਤਾਂ ਆਪ 12ਵੀਂ ਵਿੱਚ ਦੂਜਾ ਸਾਲ ਹੈ। ਅੱਗੇ ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ। ਠੀਕ ਹੈ। ਜਾਂ ਉਂਝ ਆਪਾਂ ਕਹਿ ਦਿੰਦੇ ਹਾਂ ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ, ਜਿਸ 'ਚ 3600 ਮੋਰੀਆਂ ਨੇ, 100 ਮੋਰੀਆਂ ਨੇ, ਆਪਣੇ ਅਨੁਸਾਰ ਇਲਾਕੇ ਦੇ ਅਨੁਸਾਰ ਆਪਾਂ ਕਹਿ ਦਿੰਦੇ ਹੁੰਦੇ ਹਾਂ। ਠੀਕ ਹੈ ਨਾ। ਅੱਗੇ ਬੱਚੋ, ਜਾਂ ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ। ਵੀ ਜਦੋਂ ਆਪਾਂ ਕਿਸੇ ਬੰਦੇ ਨਾਲ ਵਰਤਦੇ ਆਪਾਂ ਨੂੰ ਉਦੋਂ ਹੀ ਉਹਦਾ ਪਤਾ ਲੱਗਦਾ ਨਾ। ਚਰਨਜੀਤ ਸਿੰਘ ਬਾਰੇ ਮੈਂ ਸੁਣਿਆ ਸੀ ਕਿ ਉਹ ਬੜਾ ਸਖਤ ਅਫਸਰ ਹੈ ਅਤੇ ਕਿਸੇ ਦੀ ਗੱਲ ਨਹੀਂ ਸੁਣਦਾ, ਪਰ ਜਦੋਂ ਮੈਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ਹਿੱਤ ਉਸ ਨੂੰ ਮਿਲਣਾ ਪਿਆ ਤਾਂ ਉਹ ਬੜੇ ਪਿਆਰ ਅਤੇ ਨਿਮਰਤਾ ਨਾਲ ਮਿਲਿਆ ਅਤੇ ਮੇਰੀ ਸਮੱਸਿਆ ਨੂੰ ਬੜੇ ਧਿਆਨ ਨਾਲ ਸੁਣਿਆ। ਸੱਚ ਹੀ ਕਿਹਾ, ਜਾਂ ਵਾਹ ਪਿਆ ਜਾਣੀ ਜਾਂ ਰਾਹ ਪਿਆ ਜਾਣੀ। ਠੀਕ ਹੈ ਨਾ। ਜਾਣੀਏ ਅੱਗੇ, ਚਾਂਦੀ ਚੋਰ ਦੀ ਲੰਗੋਟੀ ਹੀ ਸਹੀ। ਜਦੋਂ ਕਿਰਾਏਦਾਰ 2 ਮਹੀਨਿਆਂ ਦਾ ਕਿਰਾਇਆ ਬਿਨਾਂ ਦਿੱਤੇ ਚੋਰੀ ਚੋਰੀ ਮਕਾਨ ਖਾਲੀ ਕਰ ਗਿਆ ਤਾਂ ਕਮਰੇ ਵਿੱਚ ਉਸ ਦਾ ਕੂਲਰ ਅਤੇ ਇੱਕ ਮੰਜਾ ਵੇਖ ਕੇ ਮਾਲਕ ਮਕਾਨ ਨੇ ਕਿਹਾ, ਚਲੋ ਇਹਨਾਂ ਨੂੰ ਤਾਂ ਕਾਬੂ ਕਰੋ। ਅੱਗੇ, ਜਾਂਦੇ ਚੋਰ ਦੀ ਲੰਗੋਟੀ ਹੀ ਸਹੀ। ਅੱਗੇ ਆ ਗਿਆ ਬੱਚਿਓ, ਜੋ ਰਾਤੀ ਜਾਗਣ ਕਾਲੀਆਂ, ਸੋਈ ਖਾਣ ਸੁਖਾਲੀਆਂ। ਵੀ ਜੋ ਲਗਾਤਾਰ ਮਿਹਨਤ ਕਰਦੇ ਨੇ ਨਾ, ਅੰਤ ਦੇ ਵਿੱਚ ਉਹੀ ਬੰਦਾ ਸੁਖਾਲਾ ਖਾਂਦਾ ਏ। ਪ੍ਰਿੰਸੀਪਲ ਜੀ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਅਤੇ ਲਗਨ ਦੀ ਆਦਤ ਪਾਉਣ ਦੀ ਸਿੱਖਿਆ ਦਿੰਦਿਆਂ ਕਿਹਾ, ਜਿਹੜੇ ਬੱਚੇ ਵਿਦਿਆਰਥੀ ਜੀਵਨ ਵਿੱਚ ਹੀ ਸਖਤ ਮਿਹਨਤ ਕਰਨ ਦੀ ਜਾਂਚ ਸਿੱਖ ਲੈਂਦੇ ਹਨ, ਉਹ ਜ਼ਿੰਦਗੀ ਵਿੱਚ ਹਮੇਸ਼ਾ ਕਾਮਯਾਬ ਰਹਿੰਦੇ ਹਨ। ਸਿਆਣਿਆਂ ਦਾ ਕਥਨ ਹੈ, ਜੋ ਰਾਤੀ ਜਾਗਣ ਕਾਲੀਆਂ, ਸੋਈ ਖਾਣ ਸੁਖਾਲੀਆਂ। ਅੱਗੇ ਆ ਗਿਆ ਬੱਚੋ, ਠੂਠਾ ਫੁੱਟ ਕੇ ਛੰਨਾ ਮਿਲਿਆ। ਜੋਗਿੰਦਰ ਦੀ ਪਤਨੀ ਗੁਰਮੀਤ ਦੀ ਗੰਭੀਰ ਰੋਗ ਨਾਲ ਮੌਤ ਹੋ ਗਈ। ਗੁਰਮੀਤ ਦੇ ਮਾਪਿਆਂ ਨੇ ਉਸ ਦੇ ਛੋਟੇ ਛੋਟੇ ਬੱਚਿਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਆਪਣੀ ਛੋਟੀ ਧੀ ਮਨਜੀਤ ਦਾ ਵਿਆਹ ਜੋਗਿੰਦਰ ਸਿੰਘ ਨਾਲ ਕਰ ਦਿੱਤਾ। ਮਨਜੀਤ ਗੁਰਮੀਤ ਨਾਲੋਂ ਵੱਧ ਪੜ੍ਹੀ ਲਿਖੀ ਅਤੇ ਨੌਕਰੀ ਵੀ ਕਰਦੀ ਹੈ। ਇਸ ਲਈ ਲੋਕ ਅਕਸਰ ਜੋਗਿੰਦਰ ਸਿੰਘ ਨੂੰ ਕਹਿ ਦਿੰਦੇ ਹਨ ਕਿ ਤੈਨੂੰ ਤਾਂ ਠੂਠਾ ਫੁੱਟ ਕੇ ਛੰਨਾ ਮਿਲਿਆ। ਠੂਠਾ ਬੱਚੋ ਕੀ ਹੁੰਦਾ, ਵੀ ਮਿੱਟੀ ਦਾ ਬਣਿਆ ਹੁੰਦਾ ਤਕਰੀਬਨ, ਹੈ ਨਾ। ਵੀ ਉਂਝ ਹੁੰਦਾ ਜਿਹਦੇ ਵਿੱਚ ਮਤਲਬ ਖਾਸ ਕਰਕੇ ਮੰਗਤਿਆਂ ਕੋਲ ਹੁੰਦਾ, ਕੋਈ ਇੰਨਾ ਨਹੀਂ ਹੁੰਦਾ। ਛੰਨਾ ਮਤਲਬ ਕੀਮਤੀ ਹੁੰਦਾ, ਹੈ ਨਾ, ਜਦੋਂ ਉਹ ਫੁੱਟ ਕੇ ਕਿਸੇ ਨੂੰ ਛੰਨਾ ਮਿਲ ਜਾਵੇ। ਜਾਂ ਬਲਕਾਰ ਨੂੰ ਬਹੁਤ ਖੱਜਲ ਖੁਆਰੀ ਤੋਂ ਬਾਅਦ ਕੱਚੀ ਨੌਕਰੀ ਮਿਲ ਗਈ। ਉਹ 1 ਸਾਲ ਲਈ ਇਸ ਨੌਕਰੀ ਤੋਂ ਹਟਣ ਤੋਂ ਬਾਅਦ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਰੈਡੀਮੇਡ ਕੱਪੜਿਆਂ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਲਈ। ਉਸ ਦੀ ਦੁਕਾਨ ਚੰਗੀ ਚੱਲ ਪਈ ਅਤੇ ਹੁਣ ਉਹ ਸ਼ਹਿਰ ਵਿੱਚ ਰੈਡੀਮੇਡ ਕੱਪੜਿਆਂ ਦੇ ਵੱਡੇ ਸ਼ੋਰੂਮ ਦਾ ਮਾਲਕ ਹੈ। ਆਪਣੀ ਜ਼ਿੰਦਗੀ ਵਿੱਚ ਆਈ ਇਸ ਤਬਦੀਲੀ ਬਾਰੇ ਉਹ ਅਕਸਰ ਕਹਿੰਦਾ ਹੈ ਕਿ ਮੈਨੂੰ ਠੂਠਾ ਫੁੱਟ ਕੇ ਛੰਨਾ ਮਿਲ ਗਿਆ। ਠੀਕ ਹੈ ਨਾ। ਅੱਗੇ ਆ ਗਿਆ ਬੱਚੋ, ਡਾਡੇ ਨਾਲ ਭਿਆਲੀ, ਉਹ ਮੰਗੇ ਹਿੱਸਾ, ਉਹ ਕੱਢੇ ਗਾਲੀ। ਠੀਕ ਹੈ ਨਾ। ਇਹਦਾ ਮਤਲਬ ਹੈ ਵੀ ਆਪਾਂ ਅਖੌਤ ਦੇਖ ਲੈਂਦੇ ਹਾਂ ਬੱਚੋ। ਸੋਹਣ ਕਰਮਚੰਦ ਨਾਲ ਸਾਂਝਾ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ। ਉਸਦੇ ਪਿਤਾ ਜੀ ਨੇ ਕਿਹਾ, ਉਸ ਨੂੰ ਸਮਝਾਉਂਦਿਆਂ ਹੋਇਆਂ ਕਿਹਾ ਕਿ ਆਪਣੇ ਤੋਂ ਤਾਕਤਵਰ ਬੰਦੇ ਨਾਲ ਸਾਂਝਾ ਕੰਮ ਬਹੁਤ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਭਾਈਵਾਲੀ ਆਪਣੇ ਬਰਾਬਰ ਦੀ ਧਿਰ ਨਾਲ ਹੀ ਨਿਭ ਸਕਦੀ ਹੈ। ਕਰਮਚੰਦ ਵਰਗੇ ਸਖਤ ਸੁਭਾਅ ਵਾਲੇ ਨਾਲ ਤੇਰੀ ਭਾਈਵਾਲੀ ਨਹੀਂ ਨਿਭਣੀ। ਸਿਆਣਿਆਂ ਨੇ ਕਿਹਾ ਹੈ, ਡਾਡੇ ਨਾਲ ਭਿਆਲੀ, ਉਹ ਮੰਗੇ ਹਿੱਸਾ, ਉਹ ਕੱਢੇ ਗਾਲੀ। ਅੱਗੇ ਬੱਚੋ, ਢਿੱਡ ਭਰਿਆ ਕੰਮ ਸਰਿਆ। ਅਮਰ ਸਿੰਘ ਨੂੰ ਜਦੋਂ ਵਾਹੀ ਲਈ ਟਰੈਕਟਰ ਚਾਹੀਦਾ ਸੀ, ਉਦੋਂ ਸਵੇਰੇ ਸ਼ਾਮ ਸਾਡੇ ਘਰ ਪਹੁੰਚ ਆਉਂਦਾ ਸੀ ਕਿ ਟਰੈਕਟਰ ਵਿਹਲਾ ਹੋਇਆ ਕਿ ਨਹੀਂ। 4 ਦਿਨ ਟਰੈਕਟਰ ਨਾਲ ਵਾਹੀ ਕਰਨ ਉਪਰੰਤ
ਆਪਣੇ ਨੌਕਰ ਦੇ ਹੱਥ ਉਸਨੇ ਟਰੈਕਟਰ ਵਾਪਸ ਭੇਜ ਦਿੱਤਾ। ਉਸ ਦਾ ਤਾਂ ਉਹ ਹਾਲ ਹੈ, ਅਖੇ ਢਿੱਡ ਭਰਿਆ ਕੰਮ ਸਰਿਆ, ਹੁਣ ਉਹ ਧੰਨਵਾਦ ਕਰਨ ਵੀ ਨਹੀਂ ਆ ਸਕਿਆ। ਠੀਕ ਹੈ ਬੱਚੇ, ਇੱਦਾਂ ਨਹੀਂ ਕਰਨਾ ਆਪਾਂ। ਤੌੜੀ ਉਬਲੇਗੀ ਤਾਂ ਆਪਣੇ ਹੀ ਕੰਡੇ ਸਾੜੇਗੀ। ਆਦਮੀ ਨੂੰ ਹਰ ਨਿੱਕੀ ਨਿੱਕੀ ਗੱਲ ਉੱਤੇ ਗੁੱਸਾ ਨਹੀਂ ਕਰਨਾ ਚਾਹੀਦਾ, ਇਸ ਨਾਲ ਆਪਣਾ ਹੀ ਨੁਕਸਾਨ ਹੁੰਦਾ ਹੈ। ਸਿਆਣੇ ਕਹਿੰਦੇ ਹਨ, ਤੌੜੀ ਉਬਲੇਗੀ ਤਾਂ ਆਪਣੇ ਹੀ ਕੰਡੇ ਸਾੜੇਗੀ। ਨਿਰਮਲ ਸਿੰਘ ਨੇ ਅਮਿਤ ਨੂੰ ਸਮਝਾਉਂਦੇ ਹੋਏ ਕਿਹਾ। ਅੱਗੇ ਨਵਾਂ 9 ਦਿਨ, ਪੁਰਾਣਾ 100 ਦਿਨ। ਅਭਿਤੋਜ ਪੁਰਾਣੀ ਕਾਰ ਵੇਚ ਕੇ ਨਵੀਂ ਕਾਰ ਲੈਣ ਦੀ ਜ਼ਿੱਦ ਕਰ ਰਿਹਾ ਸੀ ਤਾਂ ਉਸਦੇ ਪਿਤਾ ਜੀ ਨੇ ਕਿਹਾ ਕਿ ਨਵੀਂ ਕਾਰ ਨੇ ਵੀ ਕਦੇ ਪੁਰਾਣੀ ਹੋ ਜਾਣਾ ਹੈ। ਅਜੇ ਆਪਣੀ ਪੁਰਾਣੀ ਕਾਰ ਵਧੀਆ ਕੰਮ ਸਾਰ ਰਹੀ ਹੈ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਵਾਂ 9 ਦਿਨ, ਪੁਰਾਣਾ 100 ਦਿਨ। ਅੱਗੇ ਬੱਚੋ, ਪਾਟਾ ਸੀਵੀਏ ਨਾ, ਰੁੱਸਾ ਮਨਾਈਏ ਨਾ ਤਾਂ ਘਰ ਨਹੀਂ ਵਸਦੇ। ਸਿਆਣੇ ਅਕਸਰ ਸਮਝਾਉਂਦੇ ਨੇ ਵੀ ਲੜਾਈਆਂ ਨਹੀਂ ਕਰਨੀਆਂ ਚਾਹੀਦੀਆਂ ਨਾ। ਮਾਤਾ ਜੀ ਨੇ ਪਰਮਜੀਤ ਨੂੰ ਸਮਝਾਉਂਦਿਆਂ ਕਿਹਾ, ਜੇ ਤੇਰੀ ਦਰਾਣੀ ਨੂੰ ਜਾਂ ਤੈਨੂੰ ਨਹੀਂ ਬੁਲਾਉਂਦੀ ਤਾਂ ਤੂੰ ਉਸ ਨੂੰ ਬੁਲਾ ਲਿਆ ਕਰ, ਇਸ ਵਿੱਚ ਘਰ ਦੀ ਤੇ ਤੇਰੀ ਭਲਾਈ ਹੈ। ਸਿਆਣਿਆਂ ਨੇ ਕਿਹਾ ਹੈ, ਜੇ ਪਾਟਾ ਸੀਵੀਏ ਨਾ, ਰੁੱਸਾ ਮਨਾਈਏ ਨਾ ਤਾਂ ਘਰ ਨਹੀਂ ਵਸਦੇ। ਅੱਗੇ ਪਾਣੀ ਵਿੱਚ ਸੋਟਾ ਮਾਰਿਆ ਪਾਣੀ ਦੋ ਨਹੀਂ ਹੋ ਜਾਂਦੇ। ਜਗਤਾਰ ਸਿੰਘ ਨੇ ਆਪਣੇ ਭਰਾ ਅਵਤਾਰ ਸਿੰਘ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਦੀ ਭੂਆ ਨੇ ਉਸਨੂੰ ਸਮਝਾਉਂਦਿਆਂ ਕਿਹਾ, ਪੁੱਤਰ ਛੋਟੀ ਮੋਟੀ ਗੱਲ ਤੋਂ ਇੱਕ ਦੂਜੇ ਤੋਂ ਟੁੱਟ ਕੇ ਨਹੀਂ ਬੈਠੀਦਾ, ਫਿਰ ਵੀ ਤੁਸੀਂ ਮਾਂ ਜਾਏ ਹੋ। ਸਿਆਣਿਆਂ ਨੇ ਕਿਹਾ ਹੈ ਕਿ ਪਾਣੀ ਵਿੱਚ ਸੋਟਾ ਮਾਰਿਆ ਪਾਣੀ ਦੋ ਨਹੀਂ ਹੋ ਜਾਂਦੇ। ਠੀਕ ਹੈ, ਵੀ ਭਾਈ ਭਾਈਓਂ ਅਲੱਗ ਹੋ ਜਾਓਗੇ। ਠੀਕ ਹੈ, ਤੁਸੀਂ ਅਲੱਗ ਨਹੀਂ ਹੋ ਸਕਦੇ ਜਾ ਕੇ ਵੀ, ਇਸ ਕਰਕੇ ਇਕੱਠੇ ਰਹੋ। ਬਹਿ ਕੇ ਖਾਦਿਆਂ ਤਾਂ ਖੂਹ ਵੀ ਨਿਖੁੱਟ ਜਾਂਦੇ ਹਨ। ਜੱਸੀ ਕੋਈ ਕੰਮ ਕਰਕੇ ਰਾਜੀ ਨਹੀਂ, ਪਿਓ ਦਾਦੇ ਤੋਂ ਮਿਲੀ ਜ਼ਮੀਨ ਦਾ ਠੇਕਾ ਲੈਂਦਾ ਹੈ ਤੇ ਖਰਚ ਕਰ ਦਿੰਦਾ ਹੈ। ਜਦੋਂ ਉਸਨੇ ਆਪਣੀ ਜ਼ਮੀਨ ਦਾ ਕੁਝ ਹਿੱਸਾ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਵੇਚ ਦਿੱਤਾ ਤਾਂ ਉਸਦੇ ਮਾਮਾ ਜੀ ਨੇ ਉਸਨੂੰ ਕਿਹਾ, ਇਸ ਤਰ੍ਹਾਂ ਕਦੋਂ ਤੱਕ ਚੱਲੇਗਾ? ਬਹਿ ਕੇ ਖਾਦਿਆਂ ਤਾਂ ਖੂਹ ਵੀ ਨਿਖੁੱਟ ਜਾਂਦੇ ਨੇ, ਵੀ ਖਤਮ ਹੋ ਜਾਂਦੇ ਨੇ ਨਾ, ਅਤੇ ਮਿਹਨਤ ਕਰਨੀ ਚਾਹੀਦੀ ਹੈ। ਅੱਗੇ ਬੱਚੋ, ਬੇਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਢਾਈਦੀ। ਕਾਲਜ ਵਿੱਚ ਪੜ੍ਹਦਾ ਜਗਬੀਰ ਆਪਣੇ ਪਿਤਾ ਜੀ ਨੂੰ ਕਹਿਣ ਲੱਗਿਆ, ਬਾਪੂ ਜੀ, ਕਾਲਜ ਦੇ ਸਾਰੇ ਮੁੰਡੇ ਮੋਟਰਸਾਈਕਲਾਂ 'ਤੇ ਆਉਂਦੇ ਹਨ, ਇਹ ਪੁਰਾਣਾ ਸਕੂਟਰ ਵੇਚ ਕੇ ਮੈਨੂੰ ਵੀ ਮੋਟਰਸਾਈਕਲ ਲੈ ਦਿਓ। ਉਸਦੇ ਬਾਪੂ ਜੀ ਨੇ ਕਿਹਾ ਕਿ ਆਪਣਾ ਸਕੂਟਰ ਅਜੇ ਵਧੀਆ ਪਿਆ ਹੈ, ਆਪਾਂ ਨੂੰ ਅਜੇ ਹੋਰ ਬਥੇਰੇ ਖਰਚੇ ਨੇ, ਐਵੇਂ ਬੇਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਢਾਹੀਦੀ। ਅੱਗੇ ਬੱਚੋ, ਬਿੱਲੀ ਦੇ ਸਿਰਹਾਣੇ ਦੁੱਧ ਨਹੀਂ ਜੰਮਦਾ। ਵੀ ਜਿਹੜਾ ਬੇਸਬਰਾ ਹੁੰਦਾ ਨਾ, ਉਹਨੂੰ ਮਤਲਬ ਉਹਨੇ ਹੁੰਦਾ ਵੀ ਮੈਂ ਇਹ ਚੀਜ਼ ਖਾ ਲਵਾਂ, ਹੈ ਨਾ। ਜਸ਼ ਦੇ ਮਾਮੀ ਜੀ ਉਸ ਲਈ ਚਾਕਲੇਟ ਲੈ ਕੇ ਆਏ ਤਾਂ ਜਸ਼ ਨੇ ਆਪਣੀ ਮੰਮੀ ਨੂੰ ਕਿਹਾ, ਮੰਮੀ ਮੈਂ ਇਹ ਚਾਕਲੇਟ ਕੱਲ੍ਹ ਨੂੰ ਮੇਰੇ ਟਿਫਨ ਵਿੱਚ ਪਾ ਦਿਓ। ਠੀਕ ਹੈ, ਦੂਜੇ ਦਿਨ ਮੈਂ ਸਵੇਰੇ ਜਦੋਂ ਉਸਦੇ ਮੰਮੀ ਨੇ ਫਰਿੱਜ ਵਿੱਚ ਵੇਖਿਆ ਤਾਂ ਚਾਕਲੇਟ ਉੱਥੇ ਨਹੀਂ ਸੀ। ਪੁੱਛਣ 'ਤੇ ਯਸ਼ ਨੇ ਕਿਹਾ ਕਿ ਉਹ ਤਾਂ ਮੈਂ ਰਾਤ ਹੀ ਖਾ ਲਿਆ ਸੀ, ਮੈਨੂੰ ਪਹਿਲਾਂ ਹੀ ਪਤਾ ਸੀ ਕਿ ਬਿੱਲੀ ਦੇ ਸਿਰਹਾਣੇ ਦੁੱਧ ਨਹੀਂ ਜੰਮਦਾ। ਮੰਮੀ ਨੇ ਕਿਹਾ, ਬਿੱਲੀ ਦੁੱਧ ਨੂੰ ਪਸੰਦ ਕਰਦੀ ਹੈ ਨਾ, ਵੀ ਮਤਲਬ ਬਿੱਲੀ ਕੋਲ ਦੁੱਧ ਰੱਖ ਦਿੱਤਾ ਜਾਵੇ ਤਾਂ ਪੀਂਦੀ ਆ, ਹੈ ਨਾ। ਤਾਂ ਇਸ ਤਰ੍ਹਾਂ ਹੀ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ। ਜਦੋਂ ਕੋਈ ਬੰਦਾ ਇੱਕਸਾਰ ਮੁਸੀਬਤ 'ਚ ਫਸਿਆ ਹੁੰਦਾ ਹੈ, ਝਗੜੇ ਵਿੱਚ ਹੁੰਦਾ ਹੈ ਨਾ, ਤਾਂ ਸਭ ਨੂੰ ਔਕੜਾਂ ਆਉਂਦੀਆਂ ਨੇ। ਜਦੋਂ ਮੁੰਡੇ ਵਾਲਿਆਂ ਨੇ ਨੂੰਹ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ, ਉਸਦੇ ਭਰਾਵਾਂ ਨੇ ਮੁੰਡੇ ਦੇ ਬਾਪ ਨੂੰ ਕਿਹਾ, ਦੇਖੋ ਬਜ਼ੁਰਗੋ, ਸਾਡੀ ਕੁੜੀ ਨੂੰ ਤੰਗ ਨਾ ਕਰੋ, ਨਹੀਂ ਤਾਂ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਨੇ, ਅਸੀਂ ਤਾਂ ਤੰਗ ਹੋਵਾਂਗੇ, ਨਾਲ ਤੁਸੀਂ ਵੀ ਤੰਗ ਹੋਵੋਗੇ। ਅੱਗਿਆ, ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਬੱਚੋ ਇਹ ਖੇਡ ਵੀ ਹੈ ਬੱਚਿਆਂ ਦੀ ਨਾ। ਸੋ ਜਦੋਂ ਕਬੀਲਦਾਰ ਬੰਦਾ ਜਿਹੜਾ ਹੁੰਦਾ ਹੈ ਨਾ, ਵੀ ਉਹਨੂੰ ਇੱਕ ਜਦੋਂ ਕਬੀਲਦਾਰੀ ਦੀ ਖਤਮ ਹੁੰਦੀ ਹੈ ਤਾਂ ਦੂਸਰੀ ਨਾਲ ਦੀ ਨਾਲ ਆ ਜਾਂਦੀ ਹੁੰਦੀ ਹੈ ਨਾ। ਗੁਰਮੁਖ ਸਿੰਘ ਨੇ ਅਜੇ 2 ਮਹੀਨੇ ਪਹਿਲਾਂ ਹੀ ਆਪਣੀ ਛੋਟੀ ਭੈਣ ਦਾ ਵਿਆਹ ਕੀਤਾ ਹੈ, ਨਾਲ ਹੀ ਉਸਦੀ ਭੂਆ ਦੀ ਕੁੜੀ ਦਾ ਜਿਹੜਾ ਵਿਆਹ ਆ ਗਿਆ। ਪਹਿਲੀ ਨਾਨਕ ਸ਼ੱਕ ਹੈ। ਕਬੀਲਦਾਰੀ ਵਿੱਚ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਕਿ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਅੱਜ ਕੱਲ੍ਹ ਨੌਕਰੀ ਕਰਦੀਆਂ ਇਸਤਰੀਆਂ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਇੱਕ ਤੋਂ ਪਿੱਛੋਂ ਦੂਜੇ ਕੰਮ ਵਿੱਚ ਰੁੱਝੀਆਂ ਰਹਿੰਦੀਆਂ ਹਨ। ਉਹਨਾਂ ਦਾ ਤਾਂ ਉਹ ਹਾਲ ਹੈ, ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਅੱਗੇ ਬੱਚੋ, ਮੈਂ ਵੀ ਰਾਣੀ ਤੂੰ ਵੀ ਰਾਣੀ, ਕੌਣ ਭਰੇਗਾ ਪਾਣੀ। ਵੀ ਜਦੋਂ ਸਾਰੇ ਆਪਣੇ ਆਪ ਨੂੰ ਸਮਝਣ ਲੱਗ ਜਾਣ ਕੁਛ ਨਾ ਕੁਛ, ਠੀਕ ਹੈ ਨਾ, ਫਿਰ ਕੰਮ ਕੌਣ ਕਰੇਗਾ। ਵੀਰਵੰਤੀ ਨੂੰ ਐਤਵਾਰ ਵਾਲੇ ਦਿਨ ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਪਿਆ। ਦੁਪਹਿਰ ਤੱਕ ਜਦੋਂ ਉਹ ਵਾਪਸ ਘਰ ਪਹੁੰਚੀ
ਤਾਂ ਘਰ ਦਾ ਸਾਰਾ ਕੰਮ ਖਿਲਰਿਆ ਪਿਆ ਸੀ। ਉਸਦੀ ਧੀ ਟੈਲੀਵਿਜ਼ਨ ਵੇਖ ਰਹੀ ਸੀ ਅਤੇ ਨੂੰਹ ਸੁੱਤੀ ਪਈ ਸੀ। ਵੀਰਵੰਤੀ ਨੇ ਦੋਹਾਂ ਨੂੰ ਆਖਿਆ, ਠੀਕ ਹੈ, ਤੁਸੀਂ ਦੋਵੇਂ ਕਮਾਊ ਹੋ, ਪਰ ਆਪਣੇ ਘਰ ਦਾ ਕੰਮ ਕਰਨ ਦਾ ਵੀ ਕੋਈ ਮਿਹਣਾ ਨਹੀਂ ਹੁੰਦਾ। ਤੁਹਾਡਾ ਤਾਂ ਉਹ ਹਾਲ ਹੈ, ਆਖੇ ਮੈਂ ਵੀ ਰਾਣੀ ਤੂੰ ਵੀ ਰਾਣੀ, ਕੌਣ ਭਰੇਗਾ ਪਾਣੀ। ਅੱਗੇ ਬੱਚਿਓ, ਮਨ ਜਿੱਤੈ ਜਗ ਜੀਤ। ਇਹ ਵੀ ਗੁਰਬਾਣੀ ਦੀ ਤੁਕ ਹੈ ਵੀ ਜਦੋਂ ਆਪਾਂ ਆਪਣੇ ਮਨ ਨੂੰ ਜਿੱਤ ਲੈਂਦੇ ਹਾਂ, ਸਾਰੇ ਸੰਸਾਰ ਨੂੰ ਜਿੱਤਣਾ ਸੌਖਾ ਹੈ ਅਤੇ ਆਪਾਂ ਜਿੱਤ ਲੈਂਦੇ ਹਾਂ। ਕਾਕਾ, ਕੋਈ ਵੀ ਔਗਣ ਅਜਿਹਾ ਨਹੀਂ ਜਿਸ ਤੋਂ ਬਚਿਆ ਨਾ ਜਾ ਸਕੇ। ਬਸ ਮਨ ਉੱਤੇ ਕਾਬੂ ਪਾਉਣ ਦੀ ਲੋੜ ਹੈ। ਗੁਰਬਾਣੀ ਦਾ ਕਥਨ ਹੈ, ਮਨ ਜਿੱਤੈ ਜਗ ਜੀਤ। ਸਮਾਜ ਵਿੱਚ ਫੈਲ ਰਹੇ ਨਸ਼ਿਆਂ ਦੇ ਕੋੜ ਤੋਂ ਸੁਚੇਤ ਕਰਦਿਆਂ ਪੁਸ਼ਪਿੰਦਰ ਦੇ ਦਾਦਾ ਜੀ ਨੇ ਉਸ ਨੂੰ ਕਿਹਾ। ਅੱਗੇ ਆ ਗਿਆ ਬੱਚੋ, ਮਹਾਂ ਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਵੀ ਜਦੋਂ ਸਾਰੇ ਇਕਸਾਰ ਹੋਣ। ਦਾਦੀ ਜੀ ਜਦੋਂ ਭਾਈਚਾਰਕ ਸਾਂਝ ਬਾਰੇ ਗੱਲ ਕਰਦੇ ਹਨ ਤਾਂ ਕਹਿੰਦੇ ਹਨ, ਭਾਈਚਾਰੇ ਵਿੱਚ ਸਾਰੇ ਬਰਾਬਰ ਹਨ। ਮਹਾਂ ਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ। ਪੈਸਿਆਂ ਦਾ ਕੀ ਹੈ, ਕਦੇ ਕਿਸੇ ਕੋਲ 4 ਪੈਸੇ ਵੱਧ ਹੁੰਦੇ ਨੇ, ਕਿਸੇ ਕੋਲ 4 ਘੱਟ। ਅੱਗੇ ਬੱਚਿਓ, ਰਾਣੀ ਆਪਣੇ ਪੈਰ ਧੋਂਦਿਆਂ ਗੋਲੀ ਨਹੀਂ ਕਹਾਉਂਦੀ। ਕੋਈ ਜਦੋਂ ਬੰਦਾ ਆਪਣਾ ਕੰਮ ਕਰਦਾ ਏ ਤਾਂ ਉਹ ਛੋਟਾ ਨਹੀਂ ਹੋ ਜਾਂਦਾ, ਹੈ ਨਾ। ਰਵਨੀਤ ਨੂੰ ਆਪਣੇ ਕਮਰੇ ਦੀ ਝਾੜ ਪੂੰਝ ਕਰਦਿਆਂ ਵੇਖ ਕੇ ਉਸਦੀ ਸਹੇਲੀ ਨੇ ਕਿਹਾ, ਤੇਰੇ ਪਾਪਾ ਤਾਂ ਅਫਸਰ ਨੇ ਅਤੇ ਤੁਹਾਡੇ ਘਰ ਨੌਕਰ ਵੀ ਨੇ, ਫਿਰ ਵੀ ਤੂੰ ਕੰਮ ਕਿਉਂ ਕਰਦੀ ਹੈ। ਰਵਨੀਤ ਨੇ ਹੱਸ ਕੇ ਕਿਹਾ, ਮੈਨੂੰ ਆਪਣਾ ਕੰਮ ਆਪ ਕਰਕੇ ਸੰਤੁਸ਼ਟੀ ਮਿਲਦੀ ਹੈ। ਨਾਲੇ ਸਿਆਣਿਆਂ ਨੇ ਕਿਹਾ ਹੈ, ਰਾਣੀ ਆਪਣੇ ਪੈਰ ਧੋਂਦਿਆਂ ਗੋਲੀ ਨਹੀਂ ਕਹਾਉਂਦੀ। ਅੱਗੇ ਬੱਚਿਓ, ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ। ਰਮਿੰਦਰ ਨੂੰ ਸ਼ੁਰੂ ਤੋਂ ਦੇਰੀ ਨਾਲ ਉੱਠਣ ਦੀ ਆਦਤ ਸੀ। ਹੁਣ ਉਸ ਨੂੰ ਨੌਕਰੀ ਮਿਲ ਗਈ। ਉਹ ਆਪਣੇ ਦਫ਼ਤਰ ਵੀ ਅਕਸਰ ਲੇਟ ਪਹੁੰਚਦਾ ਹੈ। ਉਸ ਦਾ ਜਮਾਤੀ ਵੀ ਰਮਿੰਦਰ ਦੇ ਦਫ਼ਤਰ ਵਿੱਚ ਕੰਮ ਕਰਦਾ ਹੈ। ਇੱਕ ਦਿਨ ਉਸ ਨੇ ਰਮਿੰਦਰ ਨੂੰ ਕਿਹਾ, ਜਾਪਦਾ ਹੈ ਕਿ ਤੂੰ ਅਜੇ ਤੱਕ ਸਕੂਲ ਅਤੇ ਕਾਲਜ ਵਾਲੀਆਂ ਆਦਤਾਂ ਛੱਡੀਆਂ ਨਹੀਂ। ਤੇਰਾ ਤਾਂ ਉਹ ਹਾਲ ਹੈ, ਅਖੇ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ। ਵੀ ਆਦਤਾਂ ਨਹੀਂ ਬਦਲਦੀਆਂ ਹੁੰਦੀਆਂ ਨਾ। ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਮਤਲਬ ਵਿੱਦਿਆ ਬਹੁਤ ਵੱਡੀ ਵਿਚਾਰੀ ਹੈ, ਵਿਚਾਰਾਂ ਦਾ ਖਜ਼ਾਨਾ ਏ, ਠੀਕ ਹੈ। ਤਾਂ ਇਹ ਪਰਉਪਕਾਰੀ ਹੈ। ਇਹ ਵੀ ਗੁਰਬਾਣੀ ਦੀ ਤੁਕ ਹੈ ਬੱਚਿਓ, ਹੈ ਨਾ। ਦੂਜਿਆਂ ਦਾ ਭਲਾ ਕਰਦੀ ਹੈ, ਮਤਲਬ ਇੰਨੇ ਵਿਚਾਰਾਂ ਦਾ, ਇੰਨੇ ਗਿਆਨ ਦਾ ਖਜ਼ਾਨਾ ਹੈ, ਠੀਕ ਹੈ ਨਾ। 2 ਦਹਾਕੇ ਪਹਿਲਾਂ ਸਾਡੇ ਪਿੰਡ ਵਿੱਚ ਸੀਨੀਅਰ ਸੈਕੰਡਰੀ ਸਕੂਲ ਬਣਿਆ ਸੀ, ਜਿਸ ਵਿੱਚ ਸਰਦਾਰ ਕਰਨੈਲ ਸਿੰਘ ਜੀ ਵਰਗੇ ਪ੍ਰਿੰਸੀਪਲ ਆਏ। ਉਹਨਾਂ ਨੇ ਸਾਡੇ ਪਿੰਡ ਵਿੱਚ ਵਿੱਦਿਆ ਦੀ ਅਜਿਹੀ ਜੋਤ ਜਗਾਈ ਕਿ ਅੱਜ ਸਾਡੇ ਪਿੰਡ ਨੂੰ ਪੜ੍ਹਿਆ ਲਿਖਿਆਂ ਦਾ ਪਿੰਡ ਹੋਣ ਦਾ ਮਾਣ ਹੈ। ਉਹਨਾਂ ਦੀ ਪ੍ਰੇਰਨਾ ਨਾਲ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਬਹੁਤ ਸਾਰੇ ਲੋਕ ਉੱਚੇ ਅਹੁਦਿਆਂ 'ਤੇ ਪਹੁੰਚ ਗਏ ਹਨ, ਠੀਕ ਹੈ ਨਾ। ਪਿੰਡ ਤਰੱਕੀ ਦੀਆਂ ਸਿਖਰਾਂ ਨੂੰ ਛੂਹ ਰਿਹਾ ਹੈ। ਉਹਨਾਂ ਨੇ ਤਾਂ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਦਾ ਵਾਕ ਸੱਚ ਕਰ ਦਿੱਤਾ ਹੈ। ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ। ਜਦੋਂ, ਠੀਕ ਹੈ ਨਾ, ਵੀ ਕੰਮ ਆਪਾਂ ਸਹੀ ਸਮੇਂ 'ਤੇ ਨਹੀਂ ਕਰਦੇ। ਸੁਖਦੇਵ ਸਾਰਾ ਸਾਲ ਤਾਂ ਪੜ੍ਹਿਆ ਨਹੀਂ। ਹੁਣ ਜਦੋਂ ਇਮਤਿਹਾਨ ਸਿਰ 'ਤੇ ਆ ਗਏ ਤਾਂ ਉਹ ਕਦੇ ਆਪਣੇ ਜਮਾਤੀਆਂ ਤੋਂ ਨੋਟਸ ਮੰਗਦਾ ਫਿਰ ਰਿਹਾ ਹੈ ਅਤੇ ਕਦੇ ਅਧਿਆਪਕਾਂ ਤੋਂ ਮਹੱਤਵਪੂਰਨ ਪ੍ਰਸ਼ਨਾਂ ਬਾਰੇ ਪੁੱਛਣ ਜਾ ਰਿਹਾ ਹੈ। ਉਸ ਦੀ ਤਾਂ ਉਹ ਹਾਲਤ ਹੈ, ਮਤਲਬ ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ, ਠੀਕ ਹੈ ਨਾ। ਵੀ ਮਤਲਬ ਵਿੱਚ ਆਪਣੇ ਅਨੁਸਾਰ ਆਪਾਂ ਲਿਖ ਸਕਦੇ ਹਾਂ। ਬੱਚਿਓ, ਅਭਿਆਸ ਲਈ ਕੁਝ ਅਖੌਤਾਂ ਨੇ, ਦੇਖਦੇ ਹਾਂ ਆਪਾਂ, ਅਤੇ ਆਪਣੇ ਕੋਲ ਆਪਾਂ ਅਰਥ ਦੱਸ ਦਿੰਦੇ ਹਾਂ ਅਤੇ ਉਂਝ ਲਿਖ ਲਓ, ਠੀਕ ਹੈ। ਉਖਲੀ ਵਿੱਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰ। ਜਦੋਂ ਇਹ ਦੱਸਣਾ ਹੋਵੇ ਕਿ ਔਖਾ ਕੰਮ ਆਰੰਭ ਕਰਕੇ ਉਸ ਦੀਆਂ ਔਕੜਾਂ ਤੋਂ ਡਰਨਾ ਨਹੀਂ ਚਾਹੀਦਾ। ਆਪਣੀ ਅਕਲ 'ਤੇ ਪਰਾਇਆ ਧਨ ਬਹੁਤਾ ਜਾਪਦਾ ਹੈ। ਜਦੋਂ ਇਹ ਦੱਸਣਾ ਹੋਵੇ ਕਿ ਹਰ ਕੋਈ ਆਪਣੇ ਆਪ ਨੂੰ ਦੂਜਿਆਂ ਨਾਲੋਂ ਸਿਆਣਾ ਸਮਝਦਾ ਹੈ, ਪਰ ਧਨ ਦੇ ਸੰਬੰਧ ਵਿੱਚ ਇੱਕ ਦੂਜੇ ਨੂੰ ਉਸ ਨੂੰ ਅਮੀਰ ਲੱਗਦੇ ਹਨ, ਠੀਕ ਹੈ ਨਾ। ਆਪਣਾ ਮਾਰੇਗਾ ਤਾਂ ਛਾਵੇਂ ਹੀ ਸੁੱਟੇਗਾ। ਵੀ ਜਦੋਂ ਆਪਣੇ ਬੰਦਿਆਂ ਦੇ ਫਾਇਦੇ ਦੱਸੇ ਨੇ ਬੱਚੇ, ਇਹਦੇ ਵਿੱਚ ਆਪਣੇ ਅਤੇ ਪਰਾਏ ਦੇ ਵਿਹਾਰ ਵਿਚਲਾ ਅੰਤਰ ਦੱਸਣਾ ਹੋਵੇ। ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ। ਮਹੱਤਵਪੂਰਨ ਅਹੁਦਿਆਂ 'ਤੇ ਬੈਠ ਕੇ ਆਪਣੀ ਤਾਕਤ ਦਾ ਲਾਭ ਆਪਣੇ ਮਿੱਤਰ ਸੰਬੰਧੀਆਂ ਨੂੰ ਪਹੁੰਚਾਉਣਾ। ਇੱਕ ਅਨਾਰ 100 ਬਿਮਾਰ। ਜਦੋਂ ਚੀਜ਼ ਘੱਟ ਹੋਵੇ ਅਤੇ ਉਸਦੀ ਮੰਗ ਬਹੁਤ ਹੋਵੇ, ਠੀਕ ਹੈ ਨਾ। ਇੱਕ ਦਰ ਬੰਦ 100 ਦਰ ਖੁੱਲ੍ਹਾ। ਹਮੇਸ਼ਾ ਆਸਵੰਦ ਰਹਿਣ ਦਾ ਉਪਦੇਸ਼ ਦਿੰਦੇ ਆਪਾਂ। ਜਦੋਂ ਕੁੱਤੇ ਭੌਂਕਦੇ ਰਹਿੰਦੇ ਹਨ ਅਤੇ ਹਾਥੀ ਲੰਘ ਜਾਂਦੇ ਹਨ। ਜਦੋਂ ਇਹ ਦੱਸਣਾ ਹੋਵੇ ਕਿ ਕੰਮ ਕਰਨ ਵਾਲੇ ਬੰਦੇ ਕਿਸੇ ਦੀ ਨੁਕਤਾਚੀਨੀ ਦੀ ਕੋਈ ਪਰਵਾਹ ਨਹੀਂ ਕਰਦੇ, ਠੀਕ ਹੈ ਨਾ। ਅੱਗੇ ਆ ਗਿਆ ਬੱਚੋ, ਕੁੱਤੇ ਭੌਂਕਦੇ ਰਹਿੰਦੇ ਹਨ ਅਤੇ ਹਾਥੀ ਲੰਘ ਜਾਂਦੇ ਹਨ। ਜਦੋਂ ਇਹ ਦੱਸਣਾ ਹੋਵੇ ਕਿ ਕੰਮ
ਕਰਨ ਵਾਲੇ ਬੰਦੇ ਕਿਸੇ ਦੀ ਨੁਕਤਾਚੀਨੀ ਦੀ ਕੋਈ ਪਰਵਾਹ ਨਹੀਂ ਕਰਦੇ। ਠੀਕ ਹੈ ਨਾ। ਅੱਗੇ ਆ ਬੱਚਿਓ, ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢਾਉਂਦੀ ਹਾਂ। ਵੀ ਜਦੋਂ ਸੋਚ ਸਮਝ ਕੇ ਆਪਾਂ ਨਹੀਂ ਬੋਲਦੇ ਤਾਂ ਆਪਾਂ ਨੂੰ ਉਲਟ ਹਰਜਾਨਾ ਭੁਗਤਣਾ ਪੈਂਦਾ ਹੈ ਨਾ। ਸੋਚ ਸਮਝ ਕੇ ਬੋਲਣ ਦੀ ਮਹੱਤਤਾ ਦੱਸੀ ਗਈ ਹੈ। ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਤਾਂ ਇਹਦਾ ਇਹ ਬੱਚਿਓ ਵੀ ਦੇਖੋ, ਘਰ ਦਾ ਜੋਗੀ ਹੈ, ਜਿਹੜੇ ਜੋਗੀ ਕੌਣ ਹੁੰਦੇ ਨੇ? ਸਾਧੂ ਮਹੰਤ, ਜਿਹੜੇ ਮਤਲਬ ਬਹੁਤ ਬੱਚਿਓ ਗਿਆਨ ਵਾਲੇ ਹੁੰਦੇ ਨੇ। ਵੀ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਵੀ ਇਹ ਤਾਂ ਜੋਗੜਾ ਜਾਂ ਜਦੋਂ ਬਾਹਰੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿਸੇ ਹੋਰ ਇਲਾਕੇ ਦੇ ਵਿੱਚ ਕੋਈ ਸਾਧੂ ਆ, ਤਾਂ ਉਹ ਸਿੱਧ ਪੁਰਖ ਮਤਲਬ ਬਹੁਤ ਗਿਆਨਵਾਨ ਹੁੰਦਾ ਹੈ ਨਾ। ਵੀ ਜਦੋਂ ਮੰਨ ਲਓ ਹੁਣ ਕੋਈ ਘਰ ਦਾ ਮੈਂਬਰ ਡਾਕਟਰ ਹੈ ਤਾਂ ਉਹਦੀ ਇੰਨੀ ਪੁੱਛ ਨਹੀਂ ਹੁੰਦੀ, ਅਤੇ ਬਾਹਰਲੇ ਜਿਹੜੇ ਉਹਨਾਂ ਨੂੰ ਆਪਾਂ ਜ਼ਿਆਦਾ ਪੁੱਛਦੇ ਹਾਂ। ਠੀਕ ਹੈ ਨਾ। ਅੱਗੇ ਤੂੰ ਮੇਰਾ ਮੁੰਡਾ ਖਿਡਾ, ਮੈਂ ਤੇਰੀ ਖੀਰ ਖਾਨੀ ਆ। ਜਦੋਂ ਕੋਈ ਕਿਸੇ ਤੋਂ ਕੰਮ ਵੀ ਲਵੇ ਅਤੇ ਉਲਟਾ ਉਸ ਦਾ ਨੁਕਸਾਨ ਵੀ ਕਰੇ। ਠੀਕ ਹੈ ਨਾ। ਸੋ ਇਹ ਸਨ ਬੱਚਿਓ ਅਖੌਤਾਂ, ਅਤੇ ਇਸ ਤਰ੍ਹਾਂ ਕੋਈ ਔਖੀਆਂ ਨਹੀਂ ਹੁੰਦੀਆਂ। ਕੋਈ ਵੀ ਆ ਜੇ ਤਾਂ ਤੁਸੀਂ ਝਿਜਕਣਾ ਨਹੀਂ ਆ, ਲਿਖ ਦੇਣਾ। ਠੀਕ ਹੈ। ਸੋ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।